ਧੰਨ ਵਾਹਿਗੁਰੂ ਜੀਓ। ਫਰੀਦਾ ਦਰਵੇਸ਼ੀ ਗਾਖੜੀ, ਚੋਪੜੀ ਪ੍ਰੀਤ ਇਕਨ ਕਿਨੈ ਚਾਲੀਐ, ਦਰਵੇਸ਼ਾਵੀ ਰੀਤ ਫਰੀਦਾ ਦਰਵੇਸ਼ੀ ਗਾਖੜੀ, ਚੋਪੜੀ ਪ੍ਰੀਤ ਇਕਨ ਕਿਨੈ ਚਾਲੀਐ, ਦਰਵੇਸ਼ਾਵੀ ਰੀਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬੜੇ ਸਹਿਜ ਇਕਾਗਰਤਾ ਨਾਲ ਗੁਰੂ ਦਰਬਾਰ ਵਿੱਚ ਸੱਜ ਕੇ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਸ਼ਰਵਣ ਕੀਤੇ ਹਨ। ਸਤਿਗੁਰੂ ਦੀ ਮਿਹਰ ਦੇ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਸਾਰੇ ਹੀ ਰੋਜ਼ਾਨਾ ਦੇ ਦੀਵਾਨਾਂ ਵਿੱਚ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ, ਜਿਸ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਲੜੀਵਾਰ ਕਥਾ ਵਿਚਾਰ ਨਿਤਾ ਪ੍ਰਤੀ ਦੀਵਾਨ ਵਿੱਚ ਹੁੰਦੀ ਹੈ, ਜਿਸ ਵਿੱਚ ਹੁਣ ਤੱਕ ਆਪ ਜੀ ਨੇ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਨਾਉ ਹੇਠ ਜੋ ਸ਼ਲੋਕ ਦਰਜ ਹਨ, ਉਸ ਵਿੱਚੋਂ ਤਕਰੀਬਨ 117 ਸ਼ਲੋਕਾਂ ਦੀ ਵਿਚਾਰ ਸ਼ਰਵਣ ਕੀਤੀ ਹੈ। ਕੁੱਲ ਸ਼ਲੋਕ 130 ਹਨ। ਇਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੁਝ ਸ਼ਲੋਕ ਵੀ ਦਰਜ ਹਨ। ਕੱਲ੍ਹ ਦੇ ਦੀਵਾਨ ਵਿੱਚ ਜਿਨ੍ਹਾਂ ਸ਼ਲੋਕਾਂ ਦੀ ਵਿਚਾਰ ਸਾਂਝੀ ਕੀਤੀ ਸੀ, ਬਾਬਾ ਫਰੀਦ ਸਾਹਿਬ ਜੀ ਦੇ 3 ਲਗਾਤਾਰ ਸ਼ਲੋਕ ਜਿਹੜੇ ਹਨ ਉਹ ਮਨੁੱਖ ਨੂੰ ਸੰਜਮ ਅਤੇ ਸਬਰ ਵਿੱਚ ਰਹਿਣ ਦੀ ਪ੍ਰੇਰਨਾ ਕਰ ਰਹੇ ਸਨ। ਔਰ ਅਖੀਰਲੇ ਸ਼ਲੋਕ ਵਿੱਚ ਫਰਮਾਇਆ ਸੀ, ਸਬਰ ਇਹ ਸੁਆਓ ਜੇ ਤੂੰ ਬੰਦਾ ਦਿੜ ਕਰੈਂ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਹੇ ਮਨੁੱਖ, ਜੇ ਤੇਰੇ ਮਨ ਵਿੱਚ ਧੀਰਜ ਆ ਜਾਏ, ਤੇਰੀ ਜ਼ਿੰਦਗੀ ਦੇ ਵਿੱਚ ਸਬਰ ਆ ਜਾਏ, ਤਾਂ ਤੂੰ ਦਰਿਆ ਵਰਗਾ ਖੁੱਲ੍ਹ ਦਿਲਾ ਹੋ ਜਾਏ। ਤੇਰੀ ਤੰਗ ਦਿਲੀ ਹਮੇਸ਼ਾ ਵਾਸਤੇ ਖਤਮ ਹੋ ਜਾਏ। ਮਨੁੱਖ ਦੇ ਅੰਦਰ ਤੰਗ ਦਿਲੀ ਦਾ ਭਾਵ ਕਦੋਂ ਪੈਦਾ ਹੁੰਦਾ ਹੈ? ਜਦੋਂ ਉਹ ਜਿਸ ਜਗ੍ਹਾ ਤੇ ਹੈ, ਜਿਹੋ ਜਿਹਾ ਹੈ, ਜਿਸ ਹਾਲਾਤ ਵਿੱਚ ਹੈ, ਜਦੋਂ ਉਹ ਉਸ ਚੀਜ਼ ਤੋਂ ਸੰਤੁਸ਼ਟ ਨਹੀਂ ਹੁੰਦਾ, ਸੈਟਿਸਫਾਈ ਨਹੀਂ ਹੁੰਦਾ, ਤੇ ਉਸ ਵੇਲੇ ਉਹਦੇ ਅੰਦਰ ਸ਼ਿਕਵੇ ਆਉਂਦੇ ਹਨ, ਗਿਲੇ ਪੈਦਾ ਹੁੰਦੇ ਹਨ, ਉਲਾਂਭੇ ਪੈਦਾ ਹੁੰਦੇ ਹਨ। ਉਹ ਉਦਾਸ ਅਤੇ ਮਾਯੂਸ ਹੁੰਦਾ ਹੈ, ਦੂਜੀਆਂ ਚੀਜ਼ਾਂ ਦੇ ਉੱਤੇ ਝੋਰਾ ਕਰਦਾ ਹੈ। ਇਹ ਸਾਰੀਆਂ ਹਾਲਤਾਂ ਜਿਹੜੀਆਂ ਹਨ ਮਨ ਦੇ ਦੁੱਖ ਦੀਆਂ ਹਨ, ਤੇ ਜਿੱਥੇ ਇਹ ਭਾਵ ਨਾ ਹੋਵੇ ਉੱਥੇ ਮਨੁੱਖ ਖੁੱਲ੍ਹ ਦਿਲੀ ਦਾ ਮਾਲਕ ਹੁੰਦਾ ਹੈ। ਤੋ ਇਸ ਤੋਂ ਅਗਲਾ ਸ਼ਲੋਕ ਹੈ ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਓਪਰੀ ਨਜ਼ਰੇ ਵਿਖਾਵਾ ਕਰਨਾ ਸਹਿਲਾ ਹੈ, ਸੌਖਾ ਹੈ। ਮਨੁੱਖ ਸਿਆਣਾ ਨਾ ਵੀ ਹੋਵੇ, ਸਿਆਣਪ ਕਮਾਈ ਨਾ ਹੋਵੇ, ਤੇ ਸਿਆਣਾ ਬਣ ਕੇ ਵਿਖਾਉਣ ਵਿੱਚ ਮਾਹਰ ਹੁੰਦਾ ਹੈ।
ਧਰਮ ਦੀ ਕਮਾਈ ਪੱਲੇ ਨਾ ਹੋਵੇ ਪਰ ਧਰਮੀ ਬਣ ਕੇ ਵਿਖਾਉਣ ਵਿੱਚ ਮੁਹਾਰਤ ਹਾਸਲ ਕਰ ਲੈਂਦਾ ਹੈ। ਅੰਦਰ ਕਿਸੇ ਦੇ ਪ੍ਰਤੀ ਵੇਦਨਾ, ਤਰਸ, ਦਇਆ ਨਾ ਹੋਵੇ ਤੇ ਫਿਰ ਵੀ ਮਨੁੱਖ ਬਾਹਰੋਂ ਆਪਣੇ ਆਪ ਨੂੰ ਦੂਜਿਆਂ ਦਾ ਮਦਦਗਾਰ ਸਾਬਤ ਕਰਨ ਵਿੱਚ ਚਤੁਰਾਈ ਹਾਸਲ ਕਰ ਲੈਂਦਾ ਹੈ। ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਸੰਸਾਰ ਵਿੱਚ ਹਾਸਲ ਕਰਨ ਦੇ ਬਹੁਤ ਵੱਡੇ ਮਾਹਰ ਹੁੰਦੇ ਆ, ਉਹਦੇ ਵਿੱਚੋਂ ਇੱਕ ਵਿਖਾਵਾ ਹੈ। ਉਹ ਕਿਸੇ ਵੀ ਕਿਸਮ ਦਾ ਹੋ ਸਕਦਾ। ਇਕੱਲਾ ਐਸਾ ਨਹੀਂ ਕਿ ਦੁਨੀਆ ਧਾਰਮਿਕ ਤੌਰ ਤੇ ਹੀ ਵਿਖਾਵਾ ਕਰਦੀ ਹੈ, ਆਮ ਸਾਧਾਰਨ ਜੀਵਨ ਵਿੱਚ ਵੀ ਬੰਦਾ ਬਹੁਤ ਵਿਖਾਵੇ ਕਰਦਾ। ਉੱਥੇ ਵਿਖਾਵਾ ਤੁਹਾਡੇ ਹਾਵ ਭਾਵ ਦਾ, ਵਰਤੋਂ ਵਿਹਾਰ ਦਾ ਹੁੰਦਾ ਹੈ। ਜਿਵੇਂ ਤੁਹਾਨੂੰ ਕਿਸੇ ਦੇ ਤਕਲੀਫ ਦੀ ਤਕਲੀਫ ਤੇ ਨਹੀਂ ਹੈ, ਪਰ ਬੰਦਾ ਜਤਾਏ ਐਵੇਂ ਵੀ ਸਭ ਤੋਂ ਵੱਧ ਦੁਖੀ ਮੈਂ ਹਾਂ। ਕਿਸੇ ਦੀ ਖੁਸ਼ੀ ਵਿੱਚ ਮਨੁੱਖ ਨੂੰ ਖੁਦ ਨੂੰ ਖੁਸ਼ੀ ਨਾ ਹੋਵੇ, ਪਰ ਉਹ ਜਤਾਵੇ ਐਵੇਂ ਵੀ ਮੈਨੂੰ ਬਹੁਤ ਖੁਸ਼ੀ ਹੋਈ, ਅੰਦਰੋਂ ਭਾਵੇਂ ਉਹ ਪਰੇਸ਼ਾਨ ਹੀ ਹੋ ਜਾਏ। ਵਿਖਾਵਾ ਮਨੁੱਖ ਦੇ ਵਿਹਾਰ ਵਿੱਚ, ਤੇ ਇਹਦਾ ਭਾਵ ਹੁੰਦਾ ਹੈ ਵੀ ਮਨੁੱਖ ਅੰਦਰੋਂ ਪਾਕ ਤੇ ਸਾਫ਼ ਨਹੀਂ। ਜਦੋਂ ਵਿਖਾਵੇ ਕਰਨ ਤੁਰਦਾ ਹੈ ਤੇ ਇਹਦਾ ਮਤਲਬ ਹੈ ਕੁਝ ਢੱਕਣਾ ਚਾਹੁੰਦਾ ਹੈ, ਕੁਝ ਕੱਜਣਾ ਚਾਹੁੰਦਾ ਹੈ, ਕੋਈ ਚੀਜ਼ ਹੈ ਜਿਸ ਨੂੰ ਉਹ ਲੁਕਾਉਣਾ ਚਾਹੁੰਦਾ ਹੈ। ਉਹ ਆਪਣੇ ਅੰਦਰ ਦੇ ਖੋਟ ਨੂੰ ਕੱਜਦਾ ਹੈ, ਢੱਕਦਾ ਹੈ, ਲੁਕਾਉਂਦਾ ਹੈ ਵੀ ਉਹ ਕਿਸੇ ਦੇ ਸਾਹਮਣੇ ਨਾ ਆ ਜਾਏ। ਹੁਣ ਮੰਨ ਲਓ ਕਿਸੇ ਮਨੁੱਖ ਨੂੰ ਤਕਲੀਫ ਹੈ, ਸਾਨੂੰ ਉਹਦੀ ਤਕਲੀਫ ਵੇਖ ਕੇ ਖੁਸ਼ੀ ਹੋਈ, ਮਨ ਕਰਕੇ ਸਾਨੂੰ ਚੰਗਾ ਫੀਲ ਹੋਇਆ, ਇਹਦਾ ਮਤਲਬ ਹੈ ਸਾਡਾ ਖੋਟ ਹੈ ਅੰਦਰ, ਸਾਡੇ ਅੰਦਰ ਦਇਆ ਨਾਮ ਦੀ, ਤਰਸ ਨਾਮ ਦੀ ਚੀਜ਼ ਨਹੀਂ ਰਹੀ। ਪਰ ਸਾਨੂੰ ਉਹ ਖੋਟ ਹੁਣ ਢੱਕਣਾ ਪਏਗਾ ਨਾ, ਨਹੀਂ ਤਾਂ ਲੋਕ ਕੀ ਕਹਿਣਗੇ, ਉਹ ਬੰਦਾ ਕੀ ਆਖੇਗਾ ਵੀ ਇਹ ਇੰਨਾ ਜ਼ਾਲਮ ਬਿਰਤੀ ਦਾ ਬੰਦਾ ਹੈ, ਮੇਰੀ ਤਕਲੀਫ ਵਿੱਚ ਵੀ ਖੁਸ਼ ਹੋਣ ਦਾ ਇਸ ਦੇ ਅੰਦਰ ਭਾਵ ਹੈ, ਜਾਂ ਇਸ ਨੂੰ ਮੇਰੇ ਦੁੱਖ ਦਾ ਕੋਈ ਰੰਜ ਨਹੀਂ। ਉੱਥੇ ਫਿਰ ਮਨੁੱਖ ਮਖੌਟਾ ਪਹਿਨਦਾ, ਉੱਥੇ ਅੰਦਰ ਦੇ ਖੋਟ ਨੂੰ ਢੱਕ ਰਿਹਾ ਹੁੰਦਾ। ਉਸ ਵੇਲੇ ਉਹ, ਜੇ ਉਸ ਦੇ ਅੰਦਰ ਆਪੋਜਿਟ ਭਾਵ ਹੈ, ਵਿਰੋਧਾਭਾਸ ਹੈ। ਹੁਣ ਤੁਸੀਂ ਵੇਖੋ ਵੀ ਮਨੁੱਖ ਦੋ ਰਾਹਾਂ ਤੇ ਚੱਲ ਰਿਹਾ ਇੱਕੇ ਵੇਲੇ, ਅੰਦਰ ਕੁਝ ਹੋਰ ਹੈ, ਉਹਨੂੰ ਲੁਕਾ ਕੇ ਬਾਹਰੋਂ ਉਹਨੂੰ ਕੁਝ ਹੋਰ ਕਰਨਾ ਪੈ ਰਿਹਾ। ਇਹ ਜ਼ਿੰਦਗੀ ਹੈ ਤੇ ਬੜੀ ਔਖੀ। ਰੱਬ ਦੇ ਬੰਦੇ ਕਹਿੰਦੇ ਹਨ ਬੰਦਾ ਕਿੰਨਾ ਸਟ੍ਰੈਸ ਲੈਂਦਾ ਹੈ। ਮਨੁੱਖ ਕਿਵੇਂ ਦੋ ਰਸਤਿਆਂ ਦੇ ਉੱਤੇ ਤੁਰ ਕੇ ਆਪਣੀ ਜ਼ਿੰਦਗੀ ਦੀ એનર્ਜੀ ਵੇਸਟ ਕਰਦਾ ਹੈ, ਆਪਣੇ ਇਹਨਾਂ ਪਖੰਡਾਂ ਤੇ ਦੰਭਾਂ ਦੇ ਉੱਤੇ ਕਿੰਨਾ ਵਕਤ ਜ਼ਾਇਆ ਕਰਦਾ ਹੈ। ਇਸ ਨੂੰ ਬਾਬਾ ਫਰੀਦ ਸਾਹਿਬ ਨੇ ਜਿਹੜਾ ਸ਼ਬਦ ਦਿੱਤਾ ਉਹ ਹੈ ਚੋਪੜੀ ਪ੍ਰੀਤ, ਵਿਖਾਵੇ ਦਾ ਪ੍ਰੇਮ, ਵਿਖਾਵੇ ਦਾ ਪਿਆਰ, ਜਿਹੜਾ ਬਾਹਰੋਂ ਤੇ ਨਜ਼ਰ ਆਉਂਦਾ ਹੈ, ਬਾਹਰੋਂ ਦਿਸਦਾ ਤੇ ਹੈ ਪਰ ਅੰਦਰ ਉਹਦੇ ਕੁਝ ਨਹੀਂ। ਸਤਿਗੁਰੂ ਨੇ ਬਾਣੀ ਅੰਦਰ ਬਹੁਤ ਉਦਾਹਰਨਾਂ ਦਿੱਤੀਆਂ ਨੇ, ਪਰ ਸਭ ਤੋਂ ਸੌਖੀ ਉਦਾਹਰਣ ਲੈਂਦੇ ਆ ਜੋ ਆਪਾਂ ਰੋਜ਼ ਹੀ ਗੁਰਬਾਣੀ ਕੀਰਤਨ ਵਿੱਚ ਸ਼ਰਵਣ ਕਰਦੇ ਹਾਂ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ। ਸਿਮਲ ਇੱਕ ਰੁੱਖ ਦੀ ਵੈਰਾਈਟੀ ਕਿਸਮ ਹੈ। ਖਾਸ ਤੌਰ ਤੇ ਜੰਮੂ ਵੱਲ ਜਾਈਏ ਤਾਂ ਪਹਾੜੀ ਏਰੀਏ ਵਿੱਚ ਇਹ ਰੁੱਖ ਬੜੇ ਮਿਲਦੇ ਨੇ। ਬੜਾ ਉੱਚਾ ਲੰਬਾ ਦਰਖਤ ਹੈ, ਬੜਾ ਫੈਲਿਆ ਹੋਇਆ ਦਰਖਤ ਹੈ, ਇਹਨੂੰ ਫੁੱਲ ਬੜੇ ਖੂਬਸੂਰਤ ਲੱਗਦੇ ਨੇ, ਫਲ ਵੀ ਪੈਂਦਾ ਹੈ। ਹੁਣ ਤੋਤੇ ਆਦਿਕ ਪੰਛੀ ਜਿਹੜੇ ਨੇ ਉਹ ਉਮੀਦ ਕਰਕੇ, ਉਹਨਾਂ ਨੂੰ ਛਾਂ ਵੀ ਚਾਹੀਦੀ ਹੈ, ਉਹਨਾਂ ਨੂੰ ਖਾਣ ਲਈ ਖੁਰਾਕ ਵੀ ਚਾਹੀਦੀ ਹੈ, ਤੇ ਐਸਾ ਰੁੱਖ ਮਿਲ ਜਾਏ ਜਿੱਥੇ ਛਾਂ ਵੀ ਹੋਵੇ ਤੇ ਖੁਰਾਕ ਵੀ ਹੋਵੇ, ਸੋਨੇ ਤੇ ਸੁਹਾਗੇ ਦੀ ਗੱਲ ਹੈ। ਉਮੀਦ ਨਾਲ ਉਹ ਆਉਂਦੇ ਨੇ ਵੀ ਇੱਥੇ ਛਾਂ ਵੀ ਮਾਣਾਂਗੇ ਤੇ ਖੁਰਾਕ ਵੀ ਮਿਲੇ। ਉਸ ਵੱਡੇ ਦਰਖਤ ਉੱਤੇ ਆ ਕੇ ਜਦੋਂ ਸਿੰਬਲ ਦੇ ਰੁੱਖ ਦੇ ਉੱਤੇ ਆ ਕੇ ਬੈਠਦੇ ਨੇ ਤੇ ਨਤੀਜਨ ਅਖੀਰ ਦੇ ਉੱਤੇ, ਓੜਕ ਦੇ ਉੱਤੇ ਉਹਨਾਂ ਨੂੰ ਪ੍ਰਾਪਤੀ ਕੀ ਹੁੰਦੀ ਹੈ? ਫਲ ਫਿੱਕੇ, ਫੁੱਲ ਬਕ ਬਕੇ, ਕੰਮ ਨਾ ਆਵੇਂ ਪਤ। ਉੱਥੇ ਉਹਨਾਂ ਨੂੰ ਉਹ ਮਿਠਾਸ, ਉਹ ਰਸ ਤੇ ਉਹ ਸਵਾਦ ਨਹੀਂ ਪ੍ਰਾਪਤ ਹੁੰਦਾ। ਉਹਨਾਂ ਨੂੰ ਵੱਡ ਆਕਾਰ ਦੇ ਦਰਖਤ ਕੋਲੋਂ ਵੀ ਆ ਕੇ ਨਿਰਾਸ਼ਾ ਹੀ ਹੁੰਦੀ ਹੈ। ਇੱਥੇ ਸਤਿਗੁਰੂ ਮਹਾਰਾਜ ਜਿਹੜਾ ਸਿਮਲ ਹੈ, ਸਿਮਲ ਵਿਖਾਵੇ ਦੀ ਜ਼ਿੰਦਗੀ ਦੇ ਪ੍ਰਤੀ ਸਤਿਗੁਰੂ ਕਹਿ ਰਹੇ ਕਿ ਤੁਸੀਂ ਮਿੱਠੇ ਹੋਣ ਦਾ ਵਿਖਾਵਾ ਕਰ ਸਕਦੇ ਹੋ, ਪਰ ਰਿਐਲਿਟੀ ਵਿੱਚ ਜਦੋਂ ਮਿਠਾਸ ਵੰਡਣ ਦਾ ਵਕਤ ਆਇਆ ਤੁਹਾਡੇ ਕੋਲ ਉਹ ਚੀਜ਼ ਹੋਏਗੀ ਨਹੀਂ। ਤੁਸੀਂ ਉਸ ਨੂੰ ਦੂਜੇ ਤੱਕ ਕਿਵੇਂ ਸਰਵ ਕਰੋਗੇ?
ਕਿਸੇ ਨੂੰ ਵੰਡਣ ਲਈ ਸਭ ਤੋਂ ਪਹਿਲਾਂ ਮਨੁੱਖ ਨੇ ਆਪ ਮਿਠਾਸ ਹੰਢਾਉਣੀ ਪੈਂਦੀ ਹੈ, ਜੀਣੀ ਪੈਂਦੀ ਹੈ ਜ਼ਿੰਦਗੀ 'ਚ, ਤਾਂ ਉਹ ਵੰਡ ਸਕਦਾ। ਸਬਰ ਜਿਹੜਾ ਹੈ, ਸੰਤੋਖ ਜਿਹੜਾ ਹੈ, ਉਹ ਵਿਖਾਉਣ ਵਾਸਤੇ, ਵਿਖਾਉਣ ਤੋਂ ਪਹਿਲਾਂ ਉਸ ਨੂੰ ਹੰਢਾਉਣਾ, ਉਹਦਾ ਖੁਦ ਸਵਾਦ ਮੰਨਣਾ ਪੈਂਦਾ, ਤਾਂ ਬੰਦਾ ਕਿਸੇ ਨੂੰ, ਕਿਸੇ ਦੀ, ਉਹਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਪ੍ਰਗਟ ਹੋ ਸਕਦੀ ਹੈ। ਮਖੌਟੇ ਬਹੁਤਾ ਲੰਮਾ ਸਮਾਂ ਜੀਵਨ ਦਾ ਸਾਥ ਨਹੀਂ ਦਿੰਦੇ। ਕੋਈ ਪਾਰਖੂ ਮਿਲ ਜਾਏ ਤੇ ਇੱਕ ਪਲ ਵਿੱਚ ਮਖੌਟਾ ਲੈ ਜਾਂਦਾ ਹੈ। ਹਾਂ, ਜਿੱਥੇ ਦੁਨੀਆ ਨੇ ਅੱਖਾਂ ਮੀਟੀਆਂ ਹੋਣ ਉੱਥੇ ਕੰਮ ਚੱਲ ਜਾਂਦਾ, ਪਰ ਜਾਗੇ ਹੋਏ ਬੰਦਿਆਂ ਸਾਹਮਣੇ ਨਹੀਂ ਚੱਲਦਾ। ਸੋ ਬਾਬਾ ਫਰੀਦ ਸਾਹਿਬ ਇਸ ਨੂੰ ਚੋਪੜੀ ਪ੍ਰੀਤ ਕਹਿੰਦੇ ਹਨ, ਤੇ ਪਹਿਲੇ ਲਫ਼ਜ਼ਾਂ ਵਿੱਚ ਫਰਮਾਉਂਦੇ ਨੇ, ਫਰੀਦਾ ਦਰਵੇਸ਼ੀ ਗਾਖੜੀ। ਪਿੱਛੇ ਵੀ ਇਹ ਸ਼ਬਦ ਬੜੀ ਵਾਰ ਆਇਆ, ਦਰਵੇਸ਼। ਇਸ ਸ਼ਬਦ ਦਾ ਮਤਲਬ ਹੈ ਦਰ ਪੁਰ ਆਵੇਜ਼, ਜਿਸ ਨੇ ਅੱਲਾਹ ਦਾ, ਖੁਦਾ ਦਾ, ਰੱਬ ਦਾ ਦਰਵਾਜ਼ਾ ਘੁੱਟ ਕੇ ਫੜ ਲਿਆ। ਭਾਵ ਜਿਹੜਾ ਕਿਸੇ ਹੋਰ ਦਰ ਦੀ ਝਾਕ ਤੇ ਉਮੀਦ ਨਹੀਂ ਰੱਖਦਾ। ਫਕੀਰ ਹਰ ਚੀਜ਼ ਵੱਲੋਂ ਬੇਨਿਆਜ਼, ਬੇਮੁਤਾਜ ਤੇ ਬੇਪਰਵਾਹ, ਜਿਹੜਾ ਹਰ ਚੀਜ਼ ਦੀ ਪਰਵਾਹ ਛੱਡ ਕੇ, ਹਰ ਚੀਜ਼ ਦੀ ਮੁਤਾਜੀ ਛੱਡ ਕੇ, ਹਰ ਚੀਜ਼ ਦੀ ਨਿਆਜ਼ੀ ਛੱਡ ਕੇ, ਬੇਨਿਆਜ਼ ਹੋ ਕੇ, ਬੇਪਰਵਾਹ ਹੋ ਕੇ ਤੇ ਬੇਮੁਤਾਜ ਹੋ ਕੇ ਕੇਵਲ ਇੱਕ ਦਰ ਦਾ ਹੋ ਜਾ, ਉਸ ਨੂੰ ਕਿਹਾ ਜਾਂਦਾ ਹੈ ਫਕੀਰ। ਉਸ ਨੂੰ ਆਖਿਆ ਗਿਆ ਹੈ ਦਰਵੇਸ਼। ਦਰਵੇਸ਼ੀ ਦੇ ਗੁਣ ਕੀ ਨੇ? ਇਹ ਪਿਛਲੇ ਸ਼ਲੋਕਾਂ 'ਚ ਆਪਾਂ ਪੜ੍ਹਿਆ। ਦੁੱਖ ਸੁੱਖ ਨੂੰ ਸਮਾਨ ਜਾਣਨਾ, ਇੱਕ ਅੱਲਾ ਭਾਵੈ ਸੋ ਭਲਾ, ਭਾਵ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ, ਸਬਰ ਤੇ ਸ਼ੁਕਰ ਆਪਣੇ ਜੀਵਨ ਵਿੱਚ ਵਸਾ ਲੈਣਾ, ਸਭਨਾਂ ਵਿੱਚ ਇੱਕ ਖਾਲਕ ਨੂੰ ਤੱਕਣਾ ਤੇ ਖਲਕਤ ਨੂੰ ਪਰਮੇਸ਼ਰ ਦੀ ਜ਼ਾਤ ਸਮਝਣਾ, ਪਰਉਪਕਾਰੀ ਹੋਣਾ। ਇਹ ਸਾਰੇ ਗੁਣ ਜਿਹੜੇ ਪਿੱਛੇ ਆਪਾਂ ਸ਼ਲੋਕਾਂ ਵਿੱਚ ਪੜ੍ਹੇ ਨੇ, ਇਹ ਦਰਵੇਸ਼ ਦੇ ਗੁਣ ਨੇ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਦਰਵੇਸ਼ੀ ਗਾਖੜੀ। ਗਾਖੜੀ ਦਾ ਮਤਲਬ ਹੁੰਦਾ ਕਠਿਨ, ਔਖੀ, ਡਿਫੀਕਲਟ। ਇਹ ਜਿਹੜੀ ਦਰਵੇਸ਼ੀ ਹੈ ਨਾ, ਇਹ ਕਠਿਨ ਹੈ। ਕਠਿਨ ਇਸ ਕਰਕੇ ਵੀ ਇਹਦੇ ਵਿੱਚ ਤੁਹਾਨੂੰ ਅੰਤਰਾਤਮਾ ਇਨਵੋਲਵ ਕਰਨਾ ਪੈਂਦਾ, ਇਹਦਾ ਅਭਿਆਸ ਤੁਹਾਨੂੰ ਖੁਦ ਬਖੁਦ ਉੱਤੇ ਕਰਨਾ ਪੈਂਦਾ। ਇਹ ਐਕਸਪੈਰੀਮੈਂਟ ਖੁਦ ਦਾ, ਇਹਦੇ 'ਚ ਕਿਸੇ ਨੂੰ ਜ਼ਬਰਦਸਤੀ ਇਨਵੋਲਵ ਨਹੀਂ ਕੀਤਾ ਜਾ ਸਕਦਾ। ਇਹਦੇ 'ਚ ਆਪਣੇ ਆਪ ਨੂੰ ਬਦਲ ਦੇਣਾ ਹੁੰਦਾ ਹੈ, ਤਬਦੀਲ ਕਰ ਲੈਣਾ ਹੁੰਦਾ, ਇਹਦੇ 'ਚ ਪਰਿਵਰਤਨ ਵਾਪਰਦੇ ਨੇ ਆਪਣੇ ਆਪ ਉੱਤੇ। ਇਸ ਕਰਕੇ ਗਾਖੜੀ ਹੈ, ਔਖੀ ਹੈ, ਕਠਿਨ ਹੈ, ਤੇ ਇਹਦੇ ਬਦਲੇ ਦੇ ਵਿੱਚ ਜਿਹੜਾ ਵਿਖਾਵਾ ਹੈ ਉਹ ਸੌਖਾ ਹੈ। ਚੋਪੜੀ ਪ੍ਰੀਤ। ਫਿਰ ਫਰਮਾਉਂਦੇ ਨੇ ਇਕਨ ਕਿਨੈ ਚਾਲੀਐ। ਇਕਨ ਕਿਨੈ, ਕੋਈ ਇੱਕ ਵਿਰਲਾ। ਜਦੋਂ ਸਤਿਗੁਰੂ ਬਾਣੀ 'ਚ ਕਹਿਣਗੇ ਨਾ ਵਿਰਲਾ ਮਨੁੱਖ, ਇਹਦਾ ਮਤਲਬ ਹੁੰਦਾ ਹੈ ਵੈਰੀ ਇੰਪੋਰਟੈਂਟ ਪਰਸਨ। ਪੰਜ ਸ਼ਬਦ ਆਉਂਦਾ ਹੈ ਜਪਜੀ ਸਾਹਿਬ ਦੀ ਬਾਣੀ 'ਚ, ਪੰਜ ਪ੍ਰਵਾਨ। ਪੰਜ ਦਾ ਮਤਲਬ ਹੈ ਸ੍ਰੇਸ਼ਟ, ਉੱਚਾ, ਸਰਵਉੱਚ ਅਵਸਥਾ ਵਾਲਾ, ਇੰਪੋਰਟੈਂਟ ਪਰਸਨ, ਜਿਸ ਨੂੰ ਗੁਰਬਾਣੀ ਗੁਰਮੁਖ ਆਖਦੀ ਹੈ, ਜਿਸ ਨੂੰ ਭਗਤ ਆਖਦੀ ਹੈ, ਜਿਸ ਨੂੰ ਸੰਤ ਆਖਦੀ ਹੈ। ਇੱਕ ਆਈਡੀਅਲ ਲਾਈਫ, ਜਿਸ ਨੂੰ ਆਪਾਂ ਕਹਿੰਦੇ ਇੱਕ ਆਦਰਸ਼ਕ ਜੀਵਨ ਜਿਹੜਾ ਹੈ ਗੁਰਬਾਣੀ ਦਾ ਕੀ ਹੈ, ਉਹਨੂੰ ਜਦੋਂ ਸਤਿਗੁਰੂ ਮਹਾਰਾਜ ਉਹਦੀ ਡੈਫੀਨੇਸ਼ਨ ਦਿੰਦੇ ਨੇ, ਜਦੋਂ ਉਹਨੂੰ ਪ੍ਰਭਾਸ਼ਿਤ ਕਰਦੇ ਨੇ, ਤੇ ਉਹਨੂੰ ਗੁਰਮੁਖ ਦੇ ਰੂਪ ਵਿੱਚ ਸਥਾਪਿਤ ਕਰਦੇ ਨੇ। ਆਹ ਜਿਹੜਾ ਜੀਵਨ ਹੈ, ਜਿਹਦੀ ਐਕਸਪਲੇਨੇਸ਼ਨ, ਜਿਹਦੀ ਵਿਆਖਿਆ ਗੁਰੂ ਸਾਹਿਬ ਕਰਦੇ ਨੇ, ਇਹ ਭਗਤ ਹੈ, ਇਹ ਸੰਤ ਹੈ, ਇਹ ਗੁਰਮੁਖ ਹੈ, ਇਹ ਪੰਚ ਹੈ, ਇਹ ਦਰਵੇਸ਼ ਹੈ। ਇਸੇ ਲਈ ਹਜ਼ੂਰ ਨੇ ਬਾਣੀ 'ਚ ਤਾਕੀਦ ਕੀਤੀ, ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼। ਜੇ ਘਰ ਘਰ ਹੰਡੈ ਮੰਗਦਾ ਧਿਗ ਜੀਵਨ ਧਿਗ ਵੇਸ। ਵੀ ਦਰਵੇਸ਼ ਫਕੀਰ ਉਹ ਨਹੀਂ ਜਿਹੜਾ ਕੇਵਲ ਮੰਗਣ ਵਾਸਤੇ ਚੋਗਾ ਪਹਿਨ ਕੇ ਤੇ ਘਰੋਂ ਬਾਹਰ ਨਿਕਲ ਗਿਆ। ਦਰਵੇਸ਼ ਦੇ ਬਹੁਤ ਉੱਚੇ ਗੁਣ ਹਨ। ਉਹ ਆਤਮਿਕ ਬਜ਼ੁਰਗੀ ਵਾਲਾ ਹੈ, ਉਹ ਕਮਾਈ ਵਾਲਾ ਹੈ। ਉਹਦੇ ਜੀਵਨ 'ਚੋਂ ਸਾਰੇ ਗੁਣ ਨੇ ਜੋ ਅੱਲਾ ਦੀ ਬਖਸ਼ਿਸ਼ ਤੇ ਪਰਮੇਸ਼ਰ ਦੀ ਯਾਦ ਵਿੱਚੋਂ ਜੀਵਨ ਨੂੰ ਹਾਸਲ ਹੁੰਦੇ। ਉਸਨੇ ਆਪਣਾ ਆਪ ਖੁਦਾ ਪ੍ਰਸਤੀ ਲਈ ਸਮਰਪਣ ਕਰ ਦਿੱਤਾ ਹੈ। ਇਹਨੂੰ ਸੂਫੀ ਫਕੀਰ ਕਹਿੰਦੇ ਸਨ, ਆਪਣਾ ਨਫਸ ਮਾਰ ਲੈਣਾ। ਨਫਸ ਦਾ ਮਤਲਬ ਹੁੰਦਾ ਹੈ ਆਪਣੀਆਂ ਭੈੜੀਆਂ ਖਾਹਿਸ਼ਾਂ ਤੋਂ ਮੁਕਤੀ ਹਾਸਲ ਕਰ ਲੈਣਾ।
ਕਮਾਲ ਦੀ ਗੱਲ ਹੈ। ਇਸ ਨੂੰ ਸੂਫੀ ਫਕੀਰਾਂ ਨੇ ਇਵੇਂ ਬਿਆਨਿਆ ਤੇ ਭਾਰਤੀ ਭਗਤ ਪਰੰਪਰਾ ਨੇ ਇਸ ਨੂੰ, ਜੋ ਆਪਾਂ ਬਾਬਾ ਰਵਿਦਾਸ ਸਾਹਿਬ ਦੀ ਬਾਣੀ ਪੜ੍ਹੀਏ, ਬਾਬਾ ਕਬੀਰ ਸਾਹਿਬ ਦੀ ਬਾਣੀ ਪੜ੍ਹੀਏ, ਉਹ ਇਸ ਨੂੰ ਨਿਰਵਾਣ ਕਹਿਣਗੇ, ਵਾਸ਼ਨਾ ਤੋਂ ਮੁਕਤ ਹੋਣਾ। ਸੂਫੀ ਇਹਨੂੰ ਨਫਸ ਮਾਰਨਾ ਕਹਿਣਗੇ। ਲਫ਼ਜ਼ਾਂ ਦੀ ਬਣਤਰ ਵੱਖਰੀ ਹੈ, ਭਾਵ ਦੋਵਾਂ ਦਾ ਇੱਕੋ। ਇਸੇ ਕਰਕੇ ਹਜ਼ੂਰ ਨੇ ਇਹਨਾਂ ਮਹਾਨ ਪੁਰਖਾਂ ਦੀ ਬਾਣੀ ਨੂੰ ਇਕੱਤਰ ਕੀਤਾ ਵੀ ਸ਼ਬਦਾਵਲੀ ਦਾ ਫਰਕ ਹੈ, ਵਿਆਖਿਆ ਇੱਕ ਹੀ ਅਵਸਥਾ ਦੀ ਸਾਰੇ ਕਰ ਰਿਹਾ। ਇਸ ਵਾਸਤੇ ਬਖਸ਼ਿਸ਼ ਕਰਦਿਆਂ ਹੋਇਆਂ ਕਹਿੰਦੇ ਨੇ, ਇਕਨ ਕਿੰਨੇ ਚਾਲੀ ਹੈ ਦਰਵੇਸ਼ਾਵੀ ਰੀਤ, ਦਰਵੇਸ਼ਾਂ ਵਾਲੀ ਰਹਿਣੀ ਤੇ ਕੋਈ ਵਿਰਲਾ ਚੱਲਦਾ, ਤੇ ਜਿਹੜਾ ਚੱਲਦਾ ਉਹ ਸ੍ਰੇਸ਼ਟ ਪੁਰਖ ਹੈ। ਨਹੀਂ ਤਾਂ ਸੰਸਾਰ ਅੰਦਰ ਦਰਵੇਸ਼ ਹੋਣ ਦਾ ਵਿਖਾਵਾ ਤੇ ਹਰ ਕੋਈ ਕਰ ਸਕਦਾ ਹੈ, ਫਕੀਰ ਹੋਣ ਦਾ ਵਿਖਾਵਾ ਤੇ ਸੰਸਾਰ 'ਚ ਕੋਈ ਵੀ ਦਮ ਭਰ ਸਕਦਾ ਹੈ, ਪਰ ਦਰਵੇਸ਼ਾਂ ਵਾਲੀ ਗਾਖੜੀ ਰਹਿਣੀ ਦਾ ਮਾਰਗ ਜਿਹੜਾ ਕੋਈ ਵਿਰਲਾ ਚੁਣਦਾ। ਬਾਬਾ ਕਬੀਰ ਸਾਹਿਬ ਨੇ ਇੱਕ ਵਾਕ ਕਿਹਾ, ਜਿਹ ਮਾਰਗ ਪੰਡਿਤ ਗਏ ਪਾਸ਼ੈ ਪਰੀ ਬਹੀਰ। ਪੰਡਿਤ ਤੋਂ ਭਾਵ ਕੀ ਹੈ? ਕਬੀਰ ਸਾਹਿਬ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਵੀ ਉਹ ਕਿਸੇ ਪੰਡਿਤ ਜਾਂ ਕਿਸੇ ਖਾਸ ਤਬਕੇ ਨੂੰ ਟਾਰਗੇਟ ਕਰ ਰਿਹਾ ਹੈ। ਬੇਸਿਕਲੀ ਉਹ ਕਿਸੇ ਕਰਮ ਦੀ ਨਿਸ਼ਾਨਦੇਹੀ ਕਰ ਰਿਹਾ ਹੈ। ਪੰਡਿਤ ਤੋਂ ਭਾਵ ਕਿ ਜੋ ਪ੍ਰਚਲਿਤ ਤਰੀਕੇ ਮੁਤਾਬਕ ਹੀ ਤੁਰਨਾ, ਜੋ ਦੁਨੀਆ ਕਹਿੰਦੀ ਹੈ ਉਸ ਮੁਤਾਬਕ ਤੁਰਦੇ ਜਾਓ, ਤੁਹਾਨੂੰ ਕੋਈ ਰਿਸਕ ਲੈਣ ਦੀ ਲੋੜ ਨਹੀਂ। ਝੂਠ ਹੈ ਤੇ ਝੂਠ ਝਾਮੇ ਹੀ ਭਰ ਦਿਓ, ਤੁਹਾਡਾ ਵੀ ਗੁਜ਼ਾਰਾ ਵਧੀਆ ਚੱਲਦਾ। ਰਿਸਕ ਤੇ ਕੋਈ ਨਹੀਂ ਨਾ। ਭੀੜ ਤੋਂ ਅੱਡ ਤੁਰਨ ਦੇ ਵਿੱਚ ਰਿਸਕ ਹੈ, ਭੀੜ ਨਾਲ ਤੁਰਨ 'ਚ ਕੋਈ ਰਿਸਕ ਨਹੀਂ। ਜਿਸ ਪਾਸੇ ਵੱਲ ਵਹੀਰ ਜਾ ਰਹੀ ਹੈ ਤੁਸੀਂ ਉਹਦਾ ਹਿੱਸਾ ਬਣ ਜਾਓ, ਤੁਹਾਨੂੰ ਖਤਰਾ ਨਹੀਂ ਹੋਏਗਾ। ਉਹ ਭੀੜ ਤੁਹਾਨੂੰ ਪ੍ਰੋਟੈਕਟ ਕਰ ਲਏਗਾ, ਸੁਰੱਖਿਆ ਪ੍ਰਦਾਨ ਕਰੇਗੀ, ਉਹ ਤੁਹਾਨੂੰ ਆਪਣਾ ਵਫਾਦਾਰ ਸਮਝੇਗੀ। ਜਿਹੜੀ ਚੀਜ਼ 'ਚ ਉਹਨਾਂ ਦਾ ਗੁਜ਼ਾਰਾ ਹੁੰਦਾ ਤੁਹਾਡਾ ਵੀ ਹੁੰਦਾ ਜਾਏਗਾ। ਪਰ ਜੇ ਤੁਸੀਂ ਯਤਨ ਕਰੋਗੇ ਵੀ ਨਹੀਂ ਤੁਸੀਂ ਗਲਤ ਹੋ, ਆਪਾਂ ਆਮ ਤੌਰ ਤੇ ਸਾਡੇ ਦਿਮਾਗ ਵਿੱਚ ਇਹ ਖਿਆਲ ਹੁੰਦਾ ਹੈ ਇੰਨੇ ਲੋਕ ਗਲਤ ਕਿਵੇਂ ਹੋ ਸਕਦੇ ਨੇ। ਆਪਾਂ ਅਕਸਰ ਕਹਿੰਦੇ ਇੰਨੀ ਦੁਨੀਆ ਕੰਮ ਕਰਦੀ ਹੈ। ਮੰਨ ਲਓ ਕਿਤੇ ਮਨਮਤ ਹੋ ਰਹੀ ਹੋਵੇ ਨਾ, ਆਪਾਂ ਉਹਦੀ ਡਿਸਕਸ਼ਨ ਕਰੀਏ, ਵਿਚਾਰ ਕਰੀਏ ਵੀ ਵੇਖੋ ਆਹ ਕੰਮ ਕਿੰਨਾ ਗਲਤ ਹੈ, ਤੇ ਬਹੁਤੇ ਸਾਨੂੰ ਕਹਿਣਗੇ ਤੂੰ ਇਕੱਲਾ ਸਿਆਣਾ ਹੈ, ਇੰਨੀ ਦੁਨੀਆ ਪਾਗਲ ਹੈ, ਇੰਨੀ ਦੁਨੀਆ ਗਲਤ ਹੈ, ਇੰਨੇ ਲੋਕ ਕੁਰਾਏ ਪਏ ਹੋਏ ਨੇ। ਹੁਣ ਜਿਹੜਾ ਇਸ ਵਿਚਾਰ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਵੇਖੋ। ਕਬੀਰ ਸਾਹਿਬ ਦਾ ਆਪਾਂ ਬਚਨ ਵਿਚਾਰ ਲਿਆ, ਪਾਤਸ਼ਾਹ ਪਰੀ ਵਹੀਰ। ਵਹੀਰ ਦਾ ਮਤਲਬ ਹੁੰਦਾ ਹੈ ਬੇਬਹਾ ਇਕੱਠ ਇੱਕ ਪਾਸੇ ਨੂੰ ਤੁਰ ਪੈਣ, ਕਾਫਲਿਆਂ ਦੇ ਕਾਫਲੇ ਇੱਕ ਪਾਸੇ ਨੂੰ ਤੁਰ ਪੈਣ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਵਾਕ ਵੀ ਚੇਤੇ ਕਰੀਏ। ਉਹ ਕਹਿੰਦੇ ਅੰਧੀ ਰਈਅਤ ਗਿਆਨ ਵਿਹੂਣੀ ਭਾਹ ਭਰੇ ਮੁਰਦਾਰ। ਜਦੋਂ ਬੇਬਹਾ ਮੁਲਖਈਆ ਪਰਜਾ ਜਿਹੜੀ ਹੈ ਗਿਆਨ ਵਿਹੂਣੀ ਹੋ ਜਾਏ ਤੇ ਉਹ ਅੰਨੀ ਹੋ ਜਾਂਦੀ, ਅੰਧੀ ਰਈਅਤ ਹੁੰਦੀ ਹੈ। ਤੇ ਜੇ 1000 ਅੰਨਾ ਖੂਹ ਵਾਲੇ ਪਾਸੇ ਜਾ ਰਿਹਾ ਹੋਵੇ ਤੇ ਕੀ ਸੁਜਾਖੇ ਨੂੰ ਉਹਦੇ ਨਾਲ ਤੁਰ ਪੈਣਾ ਚਾਹੀਦਾ ਵੀ ਇਹ ਸਾਰੇ ਠੀਕ ਨੇ ਕਿਉਂਕਿ ਇਹਨਾਂ ਦੀ ਗਿਣਤੀ ਜ਼ਿਆਦਾ? ਨਹੀਂ ਨਾ। ਮਹਾਰਾਜ ਦੀ ਬਾਣੀ ਦੇ ਵਿੱਚ ਤੁਸੀਂ ਵੇਖੋ, ਹੈਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਆਤਮਿਕ ਤੌਰ ਤੇ ਸੁਜਾਖਿਆਂ ਨੂੰ ਗੁਰਦੇਵ ਨੇ ਬੜਾ ਸਲਾਹਿਆ, ਬਹੁਤ ਸਲਾਹਿਆ, ਮਾਣ ਦਿੱਤਾ, ਕਿਉਂਕਿ ਉਹ ਆਪਣੇ ਸੁਜਾਖੇ ਹੋਣ ਦਾ ਮੁੱਲ ਅਦਾ ਕਰਦੇ ਦੁਨੀਆ ਅੰਦਰ। ਉਹਨਾਂ ਨੂੰ ਆਪਣੇ ਗਿਆਨ ਦੀ ਕੀਮਤ ਅਦਾ ਕਰਨੀ ਪੈਂਦੀ ਹੈ, ਆਪਣੇ ਧਰਮ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਕਬੀਰ ਸਾਹਿਬ ਨੂੰ ਕੀਮਤ ਅਦਾ ਕਰਨੀ ਪਈ। ਬਹੁਤ ਔਖੇ ਮੋੜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ, ਤਕਲੀਫ ਦਸੀਏ, ਅਪਮਾਨਤ ਕਰਨ ਵਾਲੀਆਂ ਧਿਰਾਂ, ਬਹੁਤ ਕੁਝ ਸੀ। ਹੁਣ ਜ਼ਰਾ ਇਸ ਪੱਖ ਨੂੰ ਵਿਚਾਰ ਕੇ ਵੇਖੀਏ ਵੀ ਗਾਖੜਾ ਮਾਰਗ ਜਿਹੜਾ ਹੈ, ਗਾਖੜੀ ਰੀਤ ਜਿਹੜੀ ਹੈ, ਔਖੀ ਜਿਹੜੀ ਘਾਟੀ ਹੈ, ਉਹਨੂੰ ਚੜ੍ਹਨ ਵਾਲਾ ਜਿਹੜਾ ਹੈ ਉਹ ਵਿਰਲਾ ਹੈ। ਇਸ ਲਈ ਹਜ਼ੂਰ ਨੇ ਉਸ ਨੂੰ ਇੰਪੋਰਟੈਂਟ ਆਖਿਆ, ਮਹੱਤਵਪੂਰਨ, ਸ੍ਰੇਸ਼ਟ। ਤੇ ਵਿਖਾਵਾ ਕਰਨ ਵਾਲੀ ਤੇ ਬੇਬਹਾ ਦੁਨੀਆ। ਇਸ ਵਾਸਤੇ ਕਹਿੰਦੇ ਨੇ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ ਇਕਨ ਕਿੰਨੇ ਚਾਲੀਐ ਦਰਵੇਸ਼ਾਵੀ
ਰੀਤ ਦਰਵੇਸ਼ਾਂ ਵਾਲੀ ਰਹਿਣੀ ਤੇ ਵਿਰਲੇ ਚੱਲਦੇ, ਬਹੁਤ ਮਹੱਤਵਪੂਰਨ ਪੁਰਖ ਹੁੰਦਾ ਹੈ। ਫਿਰ ਇਸ ਤੋਂ ਅੱਗੇ ਸ਼ਲੋਕ ਹੈ ਬਾਬਾ ਫਰੀਦ ਸਾਹਿਬ ਦਾ। ਉਹ ਇਸ ਦਰਵੇਸ਼ੀ ਮਾਰਗ ਦੇ ਉੱਤੇ ਚੱਲਣ ਲਈ ਕੋਈ ਵੀ ਰਿਸਕ ਝੱਲਣ ਲਈ ਤਿਆਰ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਵੀ ਸੱਚ ਨੂੰ ਅਬਜ਼ਰਵ ਕਰ ਲੈਣਾ, ਅੰਦਰ ਹੰਢਾ ਲੈਣਾ ਤੇ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹੋ ਜਾਣਾ, ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਣਾ। ਉਹ ਸ਼ਲੋਕ ਫਰਮਾਉਂਦੇ ਨੇ, ਆਖਦੇ ਨੇ, ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਕਹਿੰਦੇ ਨੇ ਜਿਹੜਾ ਮੇਰਾ ਸਰੀਰ ਹੈ ਨਾ, ਜਿਵੇਂ ਤੰਦੂਰ ਨਹੀਂ ਤਪਦਾ, ਤੰਦੂਰ ਆਪਾਂ ਪ੍ਰਸ਼ਾਦੇ ਪਕਾਉਣ ਵਾਸਤੇ ਤੰਦੂਰ ਤਪਾਉਂਦੇ, ਜਦੋਂ ਐ ਲਾਲ ਸੁਰਖ ਹੋ ਜਾਂਦਾ ਸੀ ਅੰਦਰੋਂ, ਫਿਰ ਸਵਾਣੀਆਂ ਜਿਹੜੀਆਂ ਸਨ ਉਹਦੇ ਵਿੱਚ ਪ੍ਰਸ਼ਾਦੇ ਤਿਆਰ ਕਰਦੀਆਂ ਸਨ। ਤੇ ਜਿਹੜੇ ਪਰਮਾਨੈਂਟਲੀ ਰੋਟੀਆਂ ਲਾਉਂਦੇ ਨੇ ਉਹਨਾਂ ਦਾ ਤੰਦੂਰ ਤਾਂ ਠੰਡਾ ਹੁੰਦਾ ਹੀ ਨਹੀਂ। ਹੁਣ ਜ਼ਰਾ ਗੌਰ ਕਰਨਾ, ਬਾਬਾ ਫਰੀਦ ਸਾਹਿਬ ਕਹਿੰਦੇ ਮੇਰਾ ਤਨ ਜਿਹੜਾ ਨਾ, ਮੇਰਾ ਸਰੀਰ, ਮੇਰੀ ਦੇਹੀ ਜਿਹੜੀ ਹੈ ਤੰਦੂਰ ਵਾਂਗ ਤਪਦੀ ਰਹੇ, ਭੱਠ ਵਾਂਗ ਸੜਦੀ ਰਹੇ, ਜਾਨੀ ਕਿ ਇੰਨਾ ਤਸ਼ੱਦਦ ਮੇਰਾ ਸਰੀਰ ਚੱਲੇ, ਇੰਨੀ ਮੁਸ਼ਕਲ, ਇੰਨੀ ਆਵਾਜ਼ਾਰੀ, ਇੰਨੀ ਤਕਲੀਫ ਮੇਰਾ ਸਰੀਰ ਸਹਿਣ ਕਰੇ। ਤੇ ਫਿਰ ਅੱਗੇ ਲਿਖਦੇ ਨੇ, ਬਾਲਣ ਹੱਡ ਬਲਨ, ਜਿਹੜੇ ਮੇਰੇ ਹੱਡ ਨੇ ਨਾ ਉਹ ਬਾਲਣ ਵਾਂਗ ਸੜਨ, ਜਿਵੇਂ ਬਾਲਣ ਸੜਦਾ, ਲੱਕੜਾਂ ਸੜਦੀਆਂ ਨੇ, ਕੂੜਾ ਹੋ ਜਾਂਦੀਆਂ, ਇਵੇਂ ਮੇਰੇ ਹੱਡ ਸੜਨ ਤੇ ਸਰੀਰ ਤੰਦੂਰ ਵਾਂਗ ਤਪ ਜਾਏ। ਪੈਰੀਂ ਥੱਕਾਂ ਸਿਰ ਜੁੱਲਾਂ, ਜੁੱਲਣ ਦਾ ਮਤਲਬ ਹੁੰਦਾ ਹੈ ਤੁਰਨਾ। ਮੈਂ ਪੈਰਾਂ ਨਾਲ ਤੁਰਦਾ ਜੇ ਥੱਕ ਜਾਵਾਂ ਨਾ, ਤੇ ਮੈਂ ਸਿਰ ਭਾਰ ਹੋ ਕੇ ਸਫ਼ਰ ਕਰਾਂ, ਪਰ ਸ਼ਰਤ ਇੱਕ ਹੈ, ਮੈਂ ਆਪਣੇ ਸਰੀਰ ਨੂੰ ਤੰਦੂਰ ਵਾਂਗ ਬਾਲਣ ਲਈ ਵੀ ਤਿਆਰ ਹਾਂ, ਤਪਾਉਣ ਲਈ ਵੀ ਤਿਆਰ ਹਾਂ, ਹੱਡਾਂ ਦਾ ਬਾਲਣ ਲਈ ਵੀ ਤਿਆਰ ਹਾਂ। ਪੈਰਾਂ ਨਾਲ ਥੱਕਣ ਤੋਂ ਬਾਅਦ ਮੈਂ ਸਿਰ ਪਰਨੇ ਸਫ਼ਰ ਕਰਨ ਲਈ ਵੀ ਤਿਆਰ ਹਾਂ, ਯਾਨੀ ਕਿ ਮੈਂ ਕੋਈ ਕੁਰਬਾਨੀ ਕਰਨ ਲਈ ਵੀ ਤਿਆਰ ਹਾਂ, ਬਸ਼ਰਤੇ ਜੇ ਮੂੰਹ ਪਿਰੀ ਮਿਲਨ, ਜੇ ਮੇਰੇ ਪਿਰ ਜੀ, ਮੇਰੇ ਖਸਮ ਵਾਹਿਗੁਰੂ ਅੱਲਾਹ ਤਾਲਾ ਮੈਨੂੰ ਮਿਲ ਜਾਣ ਤਾਂ ਮੈਂ ਉਹਦੀ ਮੁਹੱਬਤ ਵਿੱਚ ਆਪਣਾ ਸਰੀਰ ਗਾਲ ਸਾੜ ਕੇ ਤਬਾਹ ਕਰਨ ਨੂੰ ਤਿਆਰ ਹਾਂ, ਤੇ ਔਖੇ ਤੋਂ ਔਖੇ ਪੈਂਡੇ ਵੀ ਕਰਨ ਨੂੰ ਤਿਆਰ ਹਾਂ। ਪਰ ਮੈਨੂੰ ਚਾਹੀਦੀ ਦਰਵੇਸ਼ੀ ਗਾਖੜੀ। ਮੈਂ ਚਾਹੁੰਦਾ ਹਾਂ ਦਰਵੇਸ਼ਾਂ ਵਾਲੀ ਰਹਿਣੀ ਅਖਤਿਆਰ ਕਰਾਂ, ਧਾਰਨ ਕਰਾਂ, ਤੇ ਕੀਮਤ ਕੋਈ ਵੀ ਹੋਵੇ, ਪ੍ਰਵਾਹ ਕੋਈ। ਹੁਣ ਇਸ ਸ਼ਲੋਕ ਦਾ ਕੋਈ ਇਹ ਭਾਵਨਾ ਕੱਢ ਲੈ ਵੀ ਬਾਬਾ ਫਰੀਦ ਸਾਹਿਬ ਤਨ ਦਾ ਹੱਠ ਕਰਨ ਉੱਤੇ ਜ਼ੋਰ ਦੇ ਰਹੇ, ਕਿਉਂਕਿ ਪਰੰਪਰਾ ਸੀ ਨਾ ਭਾਰਤ ਵਿੱਚ, ਤਪ ਸਾਧਨੇ, ਉਲਟੇ ਲਟਕਣਾ, ਪੁੱਠੇ ਲਟਕਣਾ, ਸਰਦੀਆਂ ਦੇ ਵਿੱਚ, ਗਰਮੀਆਂ ਦੇ ਵਿੱਚ ਨਗਨ ਅਵਸਥਾ 'ਚ ਰਹਿਣਾ। ਇੱਥੋਂ ਤੱਕ ਲੋਕ ਚਿਖਾ ਚਿਣ ਕੇ ਵੀ ਸਰੀਰ ਸਾੜ ਲੈਂਦੇ ਸਨ ਵੀ ਮੇਰਾ ਇਸ਼ਟ ਮੇਰੇ ਤੇ ਖੁਸ਼ ਹੋ ਜਾਏ। ਅਜੇ ਤੱਕ ਵੀ ਇਹ ਕੰਮ ਚੱਲਦਾ। ਕੋਈ ਇਸ ਸ਼ਲੋਕ ਦਾ ਭਾਵ ਇਹ ਨਾ ਲਵੇ ਵੀ ਤਨ ਨੂੰ ਕਸ਼ਟ ਦੇ ਕੇ ਰੱਬ ਨੂੰ, ਅੱਲਾ ਨੂੰ, ਪਰਮੇਸ਼ਰ ਨੂੰ ਖੁਸ਼ ਕਰਨ ਦੀ ਪੈਰਵੀ ਕਰ ਰਹੇ ਨੇ ਬਾਬਾ ਫਰੀਦ ਸਾਹਿਬ। ਵੇਖੋ ਕਿੰਨੀ, ਮੈਂ ਅੱਗੇ ਵੀ ਇਹ ਜ਼ਿਕਰ ਕੀਤਾ ਸੀ, ਬਾਬਾ ਫਰੀਦ ਸਾਹਿਬ ਜੋ ਕਹਿਣਾ ਚਾਹੁੰਦੇ ਨੇ ਉਹਦੇ ਡੂੰਘੇ ਭਾਵ ਨੂੰ, ਉਹਨਾਂ ਦੀ ਮਨਸ਼ਾ ਨੂੰ ਕਿੰਨੀ ਗੰਭੀਰਤਾ ਨਾਲ ਸਤਿਗੁਰੂ ਪਹਿਚਾਣਦੇ ਨੇ, ਤੇ ਉਹਨਾਂ ਨੂੰ ਉਹਨਾਂ ਦੇ ਡੂੰਘੇ ਪੱਖ ਦਾ ਇੰਨਾ ਮੁਕੰਮਲ ਗਿਆਨ ਹੈ ਵੀ ਸਤਿਗੁਰੂ ਇਸ ਵਜਦ ਵਿੱਚ ਫਿਰ ਆਪਣਾ ਸ਼ਲੋਕ ਉਹਦੀ ਵਿਆਖਿਆ ਵਿੱਚ ਰਚਦੇ ਨੇ ਵੀ ਕੋਈ ਪੜ੍ਹਨ ਵਾਲਾ ਪਾਠਕ ਕੱਲੀ ਸ਼ਬਦਾਵਲੀ ਵੇਖ ਕੇ ਉਕਾਈ ਨਾ ਖਾ ਜਾਏ, ਭਾਵ ਨੂੰ ਸਮਝ ਲੈ। ਇਸ ਤੋਂ ਅਗਲਾ ਸ਼ਲੋਕ ਜਿਹੜਾ ਗੁਰੂ ਨਾਨਕ ਸਾਹਿਬ ਦਾ ਹੈ। ਹਾਲਾਂਕਿ ਜਿੱਥੇ ਵੀ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ 'ਚ ਗੁਰੂ ਸਾਹਿਬਾਂ ਦੇ ਸ਼ਲੋਕ ਆਏ ਨੇ, ਉੱਥੇ ਉੱਤੇ ਮਹੱਲਾ ਤੀਜਾ, ਮਹੱਲਾ ਪੰਜਵਾਂ ਸ਼ਬਦ ਆਇਆ, ਪਰ ਇਹ ਸ਼ਲੋਕ ਜਿਹੜਾ ਇਹਦੇ ਉੱਤੇ ਐਸਾ ਜ਼ਿਕਰ ਤੇ ਨਹੀਂ। ਪਰ ਇਹ ਸ਼ਲੋਕ ਜਿਹੜਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਲੋਕ ਵਾਰਾਂ ਤੇ ਵਧੇਕ ਸ਼ਲੋਕਾਂ ਵਿੱਚ ਕੇਵਲ ਇੱਕ ਲਫ਼ਜ਼ ਦੇ ਫਰਕ ਨਾਲ ਦਰਜ ਹੈ। ਆਪਾਂ ਪਾਠ ਪੜ੍ਹਦੇ ਹਾਂ ਉਹਦੇ ਵਿੱਚ ਸਾਨੂੰ ਸਮਝ ਪਏਗੀ। ਫਰਮਾਉਂਦੇ ਹਨ, ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾੜ,
सिर पैरी क्या फेड़िया अंदर पिरी निहाल। इत्थे शब्द निहाल है तो उत्थे है संभाल, बस इन्ना क फर्क है, बाकी श्लोक हू बहू उवें ही है। तो टीकाकारां ने अर्थकारां ने मन्निया इह श्लोक गुरु नानक साहब दा है ते बाबा फरीद साहब दे श्लोक दे भाव नूं स्पष्ट करन लई इत्थे नाल दर्ज कीता गया। की फरमाया गुरु नानक साहब ने कि फरीद साहब जी का भाव ये नहीं भी बंदा तप साधे शरीर नूं कष्ट दे के अल्लाह दी परमेश्वर दी खुदा दी बख्शिश हासिल करन दा जरिया तन नूं खपाउणा बनाए। बाणी ने मन अठ नूं सही नहीं मन्निया। वैसे भी मैं कई बार बेनती की है, दुनिया च अपने स्वार्थ लई वरत रखण वाले किन्ने लोग ने। हुण तां इह बीमारी साडे च भी आई, मीडिया ने साडे च पाई। असीं दूजियां दियां बहु गिणती दियां मनमती रस्मां रीतां नूं अडोप्ट कर लिया। वरत रखना, करवा चौथ के वरत जिहड़े हन उन्हां वरत तो बहुत ने शास्त्रां दे विधि विधान हिंदू धार्मिक ग्रंथां च, पर उन्हां दे विचों सब तो वध मकबूल जो बीबियां ने कीता वो सी करवा चौथ, ते वो साडे च भी है। पति की लंबी उम्र की कामना हित रखिया होया वरत। हुण इस वहम प्रस्ती का साडा समाज भी शिकार होया, हालांकि सानू तो बड़ा अवेयर ते सुचेत रहन की लोड़ सी। हुण किन्नी दुनिया है जिहड़ी वरत रखदी है, ते जदों मौका बनदा लुट खोह तो भी बाज नहीं आउंदी। वो एक दिन का वरत की आंदा है, वो अपने स्वार्थ लई रखिया होया वरत जिहड़ा है उहनूं सारे ही उत्तम मनदे ने, गरदानदे ने, प्रचारदे ने। अपने स्वार्थ लई कोई चुप कर जाए जिसनूं मौन धारणा कहिंदे ने तां उहनूं बड़ा वडिआया जांदा है। कोई घर छड्ड के जंगलां पहाड़ां तीर्थां ते वसेबा कर ले, लोग उहनूं कहिंदे बड़ा वड्डा त्यागी है। साडे बहुतात गिणती जिहड़ी है ना समाज दी, वो इन्हां चीज़ां नूं बहुत महानता दे, पर साडे पुरखिਆਂ ने आख्या नहीं, साडे लिए उचित जीवन की है, अन्न पानी थोड़ा खाया, संजम का जीवन। वेखो हुण गुरु ग्रंथ साहब च भी वाक आउंदा है, त्रिग तिन्हां दा जीविया जित खाए वधाया पेट। इहदा भाव यह है जिहड़े केवल खाण लई ही जींदे ने धरती ते, कोई मकसद ही है नहीं होर। ते जिहड़े भुखे रह के अपने तन नूं दुख दिंदे उन्हां नूं भी क्या है, अन्न ना खाहें देही दुख दीजै, बिन गुर ज्ञान तृप्त नहीं थीजै। कि शरीर नूं दुख देना, अन्न ना खाया साध गवाया, बहु दुख पाया दूजा पाया, वस्त्र ना पहिरै अहनिस कह रह, मोन विगूता क्यों जागै गुर बिन सूता, पग उपे ताना अपना किया कमाना, अलमल खाई सिर छाई पाई, मूर्खन दे पत गवाई, विण नाम है किश थाए ना पाई। उत्तम रुतबा है नाम का, उस तो बिना बाकी सारे जिन्ने कर्मां दी सतगुरु ने निशानदेही करके गिणती की, आख्या ये सब फोकट कर्म, फोकट कर्म निफल है सेव। इन्होंने व्यर्थ दस्या, पर असीं भी अजे तक सलाई जा रहे हैं। फलाना बोलिया नहीं इन्ना चिर, उन्हें कपड़े नहीं पहने, उन्हें घर छड़ दिता, ये प्राप्ति नहीं है। असीं इन्हां नूं सलाउने आ, असीं भी भुखे रहण वालियां नूं सलाउने, ऐसी नहीं गल। पर वो कौन ने जिन्हां ने मीर मनु दियां जेलों में खन्नी खन्नी रोटी के उत्ते गुजारा किया, निज प्रस्ती का स्वार्थ का वर्त नहीं रखिया, भुख कट्टी जुल्म का टाकरा करदियां मनुखता के भले ले। ये भुख प्रवान, ये तसीहा प्रवान, क्योंकि वो किसी स्वार्थी तप चों नहीं निकलिया। साडा तप वखरा है, गुरमत का तप जिहड़ा है वो बिल्कुल वखरा है। तो साहब सतगुरु ने इत्थे फरमाया भी कोई भुलेखा ना खा लै, मन हठ नूं सलाया नहीं गया, तो व्याख्या की तन ना तपाए तनूर ज्यों, अपने तन नूं तंदूर वांग तपाउण दी भाव तथा कथित अखौती तप साधन की जरूरत नहीं। बालन हड्ड ना बाल, हड्डां दा बालन बालन की भी जरूरत नहीं। भाव शरीर नूं तपां इन्हां कर्मां च उलझा के इस शरीर वर्गी परमेशरी दात का लाहा खट्टण की बजाय इनू अजाई गवाउण की जरूरत नहीं। फिर की करन दी लोड़ है?
ਸਿਰ ਪੈਰੀਂ ਕਿਆ ਫੇੜਿਆ, ਫੇੜਿਆ ਦਾ ਮਤਲਬ ਹੁੰਦਾ ਵਿਗਾੜਿਆ। ਸਿਰ ਤੇ ਪੈਰਾਂ ਨੇ ਕੀ ਵਿਗਾੜਿਆ ਭਲਾ? ਸਿਰ ਪੈਰੀਂ ਕਿਆ ਫੇੜਿਆ, ਅੰਦਰ ਪਿਰੀ ਨਿਹਾਲ। ਅੰਦਰ ਆਪਣੇ ਹਸਬ ਨੂੰ, ਆਪਣੇ ਪੈਰ ਨੂੰ ਵੇਖ। ਉਹ ਵਾਹਿਗੁਰੂ ਅੱਲਾਹ ਤਾਲਾ, ਉਹ ਪਰਮੇਸ਼ਰ ਤੇਰੇ ਅੰਦਰ ਹੈ, ਉਸ ਨੂੰ ਆਪਣੇ ਅੰਦਰੋਂ ਖੋਜਣ ਦਾ ਯਤਨ ਕਰ। ਬਾਹਰ ਤੁਰ ਕੇ ਕਿੱਥੇ ਜਾਣਾ ਹੈ? ਸਰੀਰ ਨੂੰ ਤਬਾਹ ਬਰਬਾਦ ਕਰਕੇ ਇਸ ਤਰ੍ਹਾਂ ਬਾਹਰੋਂ ਕਿਸ ਨੂੰ ਖੁਸ਼ ਕਰਨਾ? ਉਹ ਤਾਂ ਤੇਰੇ ਅੰਦਰ ਹੈ। ਤੋ ਇੱਕ ਵਾਕ ਕਹਿ ਕੇ ਸਮਾਪਤੀ ਕਰਦਾ। ਹਜ਼ੂਰ ਕਹਿੰਦੇ, ਘਟ ਵਸੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰਿਐ, ਤਿਸ ਦੇਹੀ ਕਉ ਪਾਲ। ਇਹ ਜਿਹੜੀ ਦੇਹੀ ਹੈ, ਸਤਿਗੁਰੂ ਕਹਿੰਦੇ ਨੇ ਗੋਡ ਗਿਫਟ ਹੈ, ਬਖਸ਼ਿਸ਼, ਵਾਹਿਗੁਰੂ ਦੀ ਦਾਤ। ਇਹਨੂੰ ਵੀ ਉਵੇਂ ਹੀ ਪਰਮੇਸ਼ਰ ਦੀ ਦਾਤ ਸਮਝਣਾ ਜਿਵੇਂ ਆਪਾਂ ਬਾਕੀ ਚੀਜ਼ਾਂ ਦਾ ਸ਼ੁਕਰਾਨਾ ਕਰਦੇ ਨਾ। ਸਾਨੂੰ ਘਰ ਮਿਲਿਆ, ਗੱਡੀ ਮਿਲੀ, ਵਪਾਰ ਮਿਲਿਆ, ਦੁਕਾਨ ਮਿਲੀ, ਧੀਆਂ ਪੁੱਤਰ ਮਿਲੇ, ਆਪਾਂ ਸ਼ੁਕਰ ਕਰਦੇ ਹਾਂ। ਸਤਿਗੁਰੂ ਕਹਿੰਦੇ ਤੈਨੂੰ ਦੇਹੀ ਮਿਲੀ, ਇਹਦਾ ਵੀ ਸ਼ੁਕਰ ਕਰ। ਗੱਲ ਤੇ ਇੱਥੋਂ ਹੀ ਸ਼ੁਰੂ ਹੋਈ ਨਾ। ਇਹ ਵੀ ਦਾਤ ਹੈ ਉਹਦੀ। ਇਸ ਨੂੰ ਵਿਸ਼ਿਆਂ ਤੋਂ ਵੀ ਬਚਾਉਣਾ ਹੈ, ਮੰਦੇ ਅਮਲਾਂ ਤੋਂ ਵੀ ਬਚਾਉਣਾ ਹੈ, ਤੇ ਇਸ ਨੂੰ ਇਹਨਾਂ ਫੋਕਟ ਤਪਾਂ ਵਿੱਚ ਖਪਾ ਕੇ ਉਸ ਵਾਹਿਗੁਰੂ ਦੀ ਅਮਾਨਤ ਵਿੱਚ ਖਿਆਨਤ ਵੀ ਨਹੀਂ ਕਰਨੀ। ਸਾਹਿਬ ਕਿਰਪਾ ਕਰਨ। ਅਗਲੇ ਸ਼ਲੋਕਾਂ ਦੀ ਵਿਚਾਰ ਆਪਾਂ ਕੱਲ੍ਹ ਦੀ ਦੀਵਾਨਾ ਵਿੱਚ ਕਰਨ ਦਾ ਯਤਨ ਕਰਾਂਗੇ। ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।